ਸਤਿ ਸ਼੍ਰੀ ਅਕਾਲ। ਅੱਜ ਆਪਣੇ ਵਿੱਚ ਕਰਨਲ ਨਿਤਿਨ ਚੰਦਰਾ ਜੀ ਹੈ। ਜਿੱਦਾਂ ਅਸੀਂ ਪਿਛਲੇ 15 ਦਿਨ ਪਹਿਲੇ ਦੇਖਿਆ ਸੀਗਾ, ਜਦੋਂ 50 ਸਾਲ ਆਪਣੇ ਪੂਰੇ ਹੋਏ ਸੀਗੇ ਬੰਗਲਾਦੇਸ਼ ਵਾਰ ਦੇ, ਕਰਨਲ ਨਿਤਿਨ ਸਾਹਿਬ ਨੇ ਸਾਡੇ ਵਿੱਚ ਗਰੀਬਪੁਰ ਦੀ ਲੜਾਈ ਦੇ ਬਾਰੇ ਪੂਰਾ ਦੱਸਿਆ ਸੀਗਾ। ਅੱਜ ਉਸੇ ਉਪਲਕਸ਼ ਦੇ ਵਿੱਚ ਸੈਕਿੰਡ ਪਾਰਟ ਦੇ ਵਿੱਚ ਆਏ ਹਾਂ। ਤੇ ਕਰਨਲ ਨਿਤਿਨ ਜੀ, ਤੁਹਾਡਾ ਜੀ ਸਦਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਪਾਸ ਵੱਲੋਂ ਬਹੁਤ ਬਹੁਤ ਸਵਾਗਤ ਹੈ। ਅੱਜ ਜਿਹੜਾ ਸਾਡਾ ਵਿਸ਼ੇ ਹੈ ਤੁਹਾਡੇ ਵਿੱਚ ਆਉਣ ਦਾ ਔਰ ਗੱਲ ਕਰਨ ਦਾ, ਇਹ 1971 ਵਾਰ ਦੇ ਕਾਰਨ ਕੀ ਸੀਗੇ, ਜਿਹੜੀ ਹੋਈ ਹੈ ਬੰਗਲਾਦੇਸ਼ ਨਾਲ, ਇਸ ਪਾਕਿਸਤਾਨ ਨਾਲ ਜਿਹੜੇ ਵੀ ਆਪਾਂ ਨਾਮ ਦੇ ਦਈਏ, ਉਸ ਦੇ ਵਿੱਚ ਬੰਗਲਾਦੇਸ਼ ਬਣਿਆ, ਸਭ ਕੁਝ ਬਣਿਆ, ਉਸਦੇ ਕੀ ਕਾਰਨ ਸੀਗੇ, ਉਹ ਥੋੜਾ ਜਿਹਾ ਸਾਨੂੰ ਦੱਸੋ। Thank you, Satinder ji, and thank you to all the spectators who have listened to my old video. ਤੇ ਬੜੀ ਖੁਸ਼ੀ ਹੋਈ, ਉਹਨੂੰ ਕਾਫੀ ਲੋਕਾਂ ਨੇ ਰਿਸੀਵ ਕੀਤਾ, ਬੜੇ ਖੁਸ਼ੀ ਹੋਈ ਮੈਨੂੰ ਇਹ ਸੁਣ ਕੇ। ਹੁਣ ਇਹ ਜਿਹੜੇ ਕਾਰਨ ਸੀਗੇ, ਮੈਂ ਤੁਹਾਨੂੰ ਇੱਕ ਮਿੰਟ ਇੱਕ ਆਪਣੀ ਸ਼ੇਅਰ ਸਕਰੀਨ ਕਰਕੇ ਦਿਖਾਣਾ। ਇੱਕ ਛੋਟੀ ਜਿਹੀ ਪਾਵਰ ਪੁਆਇੰਟ ਬਣਾਈ ਹੈ ਮੈਂ ਇਸ ਲਈ। ਹੁਣ ਤੁਸੀਂ ਆਹ ਦੇਖੋ, ਨਾउ टू स्टार्ट विद ਜਿਹੜਾ ਮੁਲਕ ਸੀਗਾ ਆਪਣਾ, ਜਿਸ ਵੇਲੇ ਇੰਡੀਪੈਂਡੈਂਸ ਹੋਈ ਹੈ, ਤੇ ਉਸ ਵੇਲੇ ਦੋ ਮੁਲਕ ਸੀਗੇ। ਇੱਕ ਤਾਂ ਇੰਡੀਆ ਸੀਗਾ, ਦੈਨ ਵੀ ਹੈਡ ਵੈਸਟ ਪਾਕਿਸਤਾਨ ਐਂਡ ਈਸਟ ਪਾਕਿਸਤਾਨ। ਹੁਣ ਦੇਖੋ, ਇਹਨਾਂ ਦੇ ਉਸ ਵੇਲੇ ਐਡਮਿਨਿਸਟਰ ਕਰਨਾ ਕਿੰਨਾ ਮੁਸ਼ਕਿਲ ਸੀਗਾ, ਸਿਆਸਤ ਬਹੁਤ ਮੁਸ਼ਕਿਲ ਸੀਗੀ, ਬਿਕੋਜ਼ ਵੈਸਟ ਪਾਕਿਸਤਾਨ ਤੋਂ ਈਸਟ ਪਾਕਿਸਤਾਨ ਦਾ ਫਾਸਲਾ ਬਹੁਤ ਜ਼ਿਆਦਾ ਸੀ ਤੇ ਇੰਡੀਆ ਦੇ ਉੱਪਰੋਂ ਹੋ ਕੇ ਜਾਂਦਾ ਸੀਗਾ। ਤੇ ਉਸ ਵੇਲੇ ਜਿਹੜੀ ਪੋਲੀਟੀਕਲ ਕੰਟਰੋਲ ਸੀ ਉਹ ਸਾਰਾ ਵੈਸਟ ਪਾਕਿਸਤਾਨ ਦੇ ਕੋਲ ਸੀਗਾ, ਜਦ ਕਿ ਪੋਪੂਲੇਸ਼ਨ ਈਸਟ ਪਾਕਿਸਤਾਨ ਦੀ ਬਹੁਤ ਜ਼ਿਆਦਾ ਸੀਗੀ। ਇੱਕ ਕਿਸਮ ਨਾਲ ਵੈਸਟ ਪਾਕਿਸਤਾਨ ਜਿਹੜਾ ਸੀ ਉਹ ਹਮੇਸ਼ਾ ਇਹਨਾਂ ਦੇ ਉੱਪਰ ਕੰਟਰੋਲ ਕਰਕੇ ਜ਼ਿਆਦਾ ਰੱਖਦਾ ਸੀ। ਬੇਸਿਕਲੀ ਇਕਨੋਮਿਕਲੀ ਹੋਏ, ਪੋਲੀਟੀਕਲੀ ਹੋਏ, ਇਹਨੂੰ ਬਹੁਤ ਜ਼ਿਆਦਾ ਉਹਨਾਂ ਨੇ ਦਬਾ ਕੇ ਰੱਖਿਆ ਹੋਇਆ ਸੀਗਾ ਬੰਗਾਲੀ ਲੋਕਾਂ ਨੂੰ। ਜੀਓਗ੍ਰਾਫਿਕਲੀ ਮੈਂ ਤੁਹਾਨੂੰ ਦੱਸ ਦਿੱਤਾ, ਜਿਸ ਵੇਲੇ ਇਲੈਕਸ਼ਨ ਹੋਈ 71 ਵਿੱਚ, ਉਸ ਵੇਲੇ ਸ਼ੇਖ ਮੁਜੀਬੁਰ ਰਹਿਮਾਨ, ਉਹ ਬੰਗਲਾਦੇਸ਼ ਸੀ, ਬੰਗਾਲੀ ਸੀ, ਹੋਇਆ ਕਿ ਉਹ ਇਲੈਕਸ਼ਨ ਜਿੱਤ ਗਿਆ। ਇਹ ਗੱਲ ਈਸਟ ਵੈਸਟ ਪਾਕਿਸਤਾਨ ਵਾਲਿਆਂ ਨੂੰ ਮਨਜ਼ੂਰ ਨਹੀਂ ਸੀਗੀ, ਕਿਉਂਕਿ ਉਹ ਪੰਜਾਬੀ ਜਿਹੜਾ ਲੋਕ ਸੀ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਹੱਥੋਂ ਕੰਟਰੋਲ ਨਿਕਲ ਜਾਏ, ਕਿਉਂਕਿ ਤੁਹਾਨੂੰ ਪਤਾ ਹੀ ਹੈ ਪਾਕਿਸਤਾਨ ਵਿੱਚ ਉਹਨਾਂ ਦੀ ਆਰਮੀ ਉਹਨਾਂ ਦੇ ਪੋਲੀਟੀਕਲ ਪ੍ਰੋਸੈਸ ਨੂੰ ਕੰਟਰੋਲ ਕਰਦੀ ਹੈ, ਤੇ ਜਿਹੜੀ ਪਾਕਿਸਤਾਨ ਦੀ ਆਰਮੀ ਹੈ ਉਹ ਜ਼ਿਆਦਾਤਰ ਪੰਜਾਬੀ ਕੰਟਰੋਲ ਹੈ। That was one of the reasons. ਇਸ ਚੱਕਰ 'ਚ ਉਹਨਾਂ ਨੇ ਉਹਦਾ ਦੀ ਇਲੈਕਸ਼ਨ ਜਿਹੜਾ ਮੁਜੀਬੁਰ ਰਹਿਮਾਨ ਜਿੱਤਿਆ ਸੀਗਾ, ਉਹਨਾਂ ਨੇ ਕਿਸਮ ਨਾਲ ਨਲ ਐਂਡ ਵੋਇਡ ਕਰ ਦਿੱਤੀ। ਉਹਦੇ ਬਾਅਦ ਉਹਨਾਂ ਨੇ ਉੱਥੇ ਇੱਕ ਆਪਰੇਸ਼ਨ ਸਰਚ ਲਾਈਟ ਸ਼ੁਰੂ ਕੀਤਾ, ਪਾਕਿਸਤਾਨੀ ਆਰਮੀ ਨੇ, ਇਨ ਈਸਟ ਪਾਕਿਸਤਾਨ, ਪ੍ਰੈਜ਼ੈਂਟ ਡੇ ਬੰਗਲਾਦੇਸ਼ ਵਿੱਚ। ਉਹਨਾਂ ਨੇ ਕੀ ਕੀਤਾ, ਜਿਹੜੇ ਵੀ ਇੰਟੈਲੈਕਚੁਅਲ ਸੀਗੇ ਜਾਂ ਫਰੀडम ਫਾਈਟਰ ਸੀ, ਉਹਨਾਂ ਨੂੰ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ। ਮਤਲਬ ਬੰਦੇ ਗਾਇਬ ਹੋ ਗਏ ਤੇ ਉਹਨਾਂ ਦੇ, ਜਿਸ ਤਰ੍ਹਾਂ ਕਹਿੰਦੇ ਨਾ, ਫੇਕ ਐਨਕਾਊਂਟਰ ਕਰਕੇ ਜਾਂ ਜੋ ਵੀ ਕਰਕੇ ਉਹਨਾਂ ਨੇ ਚੁੱਕਣਾ ਤੇ ਗਾਇਬ ਕਰ ਦੇਣਾ। ਇਹਦੇ 'ਚ ਬਹੁਤ ਜ਼ਿਆਦਾ ਲੋਕ ਸੀਗੇ ਜਿਹੜੇ ਕਿ ਹਿੰਦੂ ਪੋਪੂਲੇਸ਼ਨ ਦੇ ਵੀ ਸੀਗੇ, ਜਿਹੜਾ ਦੇ ਉਹਨਾਂ ਦੇ ਲਰਨਡ ਸੀਗੇ, ਪ੍ਰੋਫੈਸਰ ਸੀਗੇ, ਇਹਨਾਂ ਦੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ, ਇੱਕ ਕਿਸਮ ਦੀ ਜੈਨੋਸਾਈਡ ਸਟਾਰਟ ਹੋ ਗਈ। ਇਸ ਕਰਕੇ ਇੰਡੀਆ ਦੇ ਵਿੱਚ ਰਿਫਿਊਜੀ ਪ੍ਰੋਸੈਸ ਸਟਾਰਟ ਹੋ ਗਿਆ। ਤੁਹਾਨੂੰ ਹੈਰਾਨੀ ਹੋਏਗੀ ਕਿ ਉਸ ਵੇਲੇ ਕਰੀਬਨ 6 ਮਿਲੀਅਨ, ਦੈਟ ਇਜ਼ 60 ਲੱਖ ਰਿਫਿਊਜੀਜ਼ ਕੇਮ ਇਨਟੂ ਇੰਡੀਆ। ਓਕੇ। ਉਸ ਵੇਲੇ ਫਿਰ ਇਹਨਾਂ ਦੀ ਕਾਲ ਫॉर ਇੰਡੀਪੈਂਡੈਂਸ ਦੀ ਜਿਹੜੀ ਕਾਰਵਾਈ ਸੀਗੀ ਉਹ ਸਟਾਰਟ ਹੋਈ। ਤੇ ਉਹ ਤੁਹਾਨੂੰ ਯਾਦ ਹੋਏਗਾ, ਇਹ ਮਾਰਚ ਅਪ੍ਰੈਲ ਦੇ ਮਹੀਨੇ 'ਚ ਇੰਦਰਾ ਗਾਂਧੀ ਨੇ, ਜਿਹੜਾ ਆਪਣੇ ਉਸ ਵੇਲੇ ਸੇ ਚੀਫ ਆਫ ਆਰਮੀ ਸਟਾਫ ਜਨਰਲ ਮਾਨਿਕ ਸ਼ਾਹ ਨੂੰ ਕਿਹਾ ਕਿ ਵੀ ਸਾਨੂੰ ਲੜਾਈ ਕਰਨੀ ਹੈ। ਉਹਨਾਂ ਨੇ ਕਿਹਾ ਜੀ ਇਸ ਵੇਲੇ ਸਾਡੀ ਲੜਾਈ ਦੀ ਤਿਆਰੀ ਨਹੀਂ ਹੈਗੀ, ਸਾਨੂੰ ਟਾਈਮ ਦਿਓ ਤੇ ਆਈ ਵਿਲ ਟੈਲ ਯੂ ਵੈਨ ਟੂ ਗੋ ਟੂ ਵਾਰ। ਉਹਦੇ ਬਾਅਦ ਉਹ ਆਪਾਂ ਇੰਡੀਅਨ ਆਰਮੀ ਨੇ, ਨੇਵੀ ਨੇ, 에ਅਰਫੋਰਸ ਨੇ ਲੜਾਈ ਦੀ ਤਿਆਰੀ ਸ਼ੁਰੂ ਕੀਤੀ। ਤੇ ਨਾਲ ਹੀ ਨਾਲ ਪੋਲੀਟੀਕਲੀ ਐਂਡ ਡਿਪਲੋਮੈਟਿਕਲੀ, ਇੰਟਰਨੈਸ਼ਨਲੀ ਆਲਸੋ, ਜਿਹੜੇ ਸਾਡੇ ਗਵਰਨਮੈਂਟ ਸੀਗੀ, ਸਾਡੇ ਫੋਰਨ ਮਿਨਿਸਟਰੀ ਸੀਗੀ, ਸਾਡੇ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ ਇੰਟਰਨੈਸ਼ਨਲੀ ਵੀ ਇਸ ਵਾਸਤੇ ਸਪੋਰਟ ਇਕੱਠੀ ਕਰਨੀ ਸ਼ੁਰੂ ਕੀਤੀ। ਦੈਟ ਇਜ਼ ਦ ਬੈਕਗਰਾਉਂਡ। ਮਤਲਬ ਕਿ ਜਿਹੜਾ ਇਸ ਕਾਰਨ ਤੁਸੀਂ ਦੱਸਿਆ ਵੀ ਉਹਨਾਂ ਦਾ ਇੰਡੀਪੈਂਡੈਂਸ ਦੇ ਲਈ ਵੀ ਇੱਕ ਮਨ ਦੇ ਵਿੱਚ ਭਾਵਨਾ ਆ ਗਈ ਸੀਗੀ। ਕੁਝ ਪਾਕਿਸਤਾਨ ਦੇ ਜਿਹੜੇ ਈਸਟ ਪਾਕਿਸਤਾਨ ਸੀ, ਵੈਸਟ ਪਾਕਿਸਤਾਨ ਸੀ, ਇਹਨਾਂ ਦੇ ਆਪਸ 'ਚ ਵੀ ਰੋਲੇ ਖੜੇ ਹੋ ਗਏ ਸੀਗੇ ਤੇ ਸੁਪਰਮੈਸੀ ਦੀ ਵੀ ਗੱਲ ਰਹੀ। ਇਸ ਦੇ ਵਿੱਚ ਜਦੋਂ ਇਹ ਵਾਰ, ਤੁਸੀਂ ਗਰੀਬਪੁਰ ਦੀ ਲੜਾਈ ਸਾਨੂੰ ਪੂਰਾ ਦੱਸਿਆ ਵੀ ਕੁਝ ਦਿਨ ਪਹਿਲੇ ਸ਼ੁਰੂ ਹੋਏ, ਮਾਨਕ ਸ਼ਾਹ ਦੇ ਬਾਰੇ ਤੁਸੀਂ ਦੱਸਿਆ। ਜਦੋਂ ਇਹ ਲੜਾਈ ਆਪਣੀ ਚਰਮ ਸੀਮਾ ਤੇ ਪਹੁੰਚੀ ਤਾਂ ਤੁਸੀਂ ਸਾਰੇ ਦੇਸ਼ ਨੂੰ ਪਤਾ ਵੀ ਬੰਗਲਾਦੇਸ਼ ਦਾ ਨਿਰਮਾਣ ਹੋਇਆ, ਸਭ ਕੁਝ ਹੋਇਆ, ਪਰੰਤੂ ਇਸ ਦੇ ਪ੍ਰਤੀ
ਪਾਕਿਸਤਾਨ ਨੂੰ ਕਿੰਨੀ ਕੁ ਇਸ ਦੀ ਕਾਸਟ ਪਈ ਔਰ ਭਾਰਤ ਨੂੰ ਕੀ ਚੀਜ਼ਾਂ ਖੋਣੀਆਂ ਪਈਆਂ, ਉਹ ਥੋੜਾ ਜਿਹਾ ਵੀ ਇਸ ਦੀ ਸਾਨੂੰ ਦੱਸੋ ਵੀ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਇਹਦੀ ਸਾਨੂੰ ਆਖਿਰ ਮਾਨਵ ਦੇ ਆਪਣੇ ਜਿਹੜੇ ਫੌਜੀ ਦਾ ਜਿਹੜੇ ਸੀਗੇ ਆਪਣੇ ਸਿਟੀਜ਼ਨ ਸੀਗੇ, ਇੱਧਰ ਦੇ ਵੀ ਸਿਟੀਜ਼ਨ ਸੀ ਉੱਧਰ ਦੇ ਵੀ ਸੀਗੇ, ਉਹਨਾਂ ਦਾ ਕਿਆ ਨੁਕਸਾਨ ਹੋਇਆ, ਕੀ ਹੋਇਆ, ਉਹ ਥੋੜਾ ਉਹਦੇ ਬਾਰੇ ਥੋੜਾ ਜਾਣਨਾ ਪਾਓ। ਦੇਖੋ ਜੀ, ਜਿਸ ਤਰ੍ਹਾਂ ਵਾਰ ਦੀ ਕਾਸਟ ਹਮੇਸ਼ਾ ਹਿਊਮਨ ਲਾਈਫ ਤੇ ਬਹੁਤ ਜ਼ਿਆਦਾ ਹੁੰਦੀ ਹੈ। ਅਸੀਂ ਇਹ ਨਹੀਂ ਕਹਾਂਗੇ ਕਿ ਪਾਕਿਸਤਾਨ ਦੇ ਕਿੰਨੇ ਲੋਕ ਜਿਨ੍ਹਾਂ ਦੀ ਡੈਥ ਹੋਈ ਹੈ ਇਹਦੇ 'ਚ ਤੇ ਕਿੰਨੇ ਸ਼ਹੀਦ ਹੋਏ ਨੇ, ਲੇਕਿਨ ਉਹਨਾਂ ਦੇ ਕਰੀਬਨ ਅਸੀਂ ਬੰਗਲਾਦੇਸ਼ ਦੀ ਲੜਾਈ ਦੇ ਬਾਅਦ 93,000 ਪ੍ਰਿਜ਼ਨਰ ਆਫ ਵਾਰ ਅਸੀਂ ਕੈਪਚਰ ਕੀਤੇ ਹਨ। ਓਕੇ, ਐਸ ਫਾਰ ਐਸ ਬਟ ਸਾਡੀ ਵੀ ਆਪਣੀ ਕਾਸਟ ਹੋਈ ਹੈ। ਵੀ ਹੈਵ ਲੋਸਟ 3,843 ਪੀਪਲ ਆਫ ਆਲ ਦ 3 ਸਰਵਿਸਿਜ਼ ਜਿਹੜੇ ਇਸ ਲੜਾਈ 'ਚ ਸ਼ਹੀਦ ਹੋਏ ਨੇ, ਐਂਡ ਸਾਡੇ ਤਕਰੀਬਨ 12,000 ਸੈਨਿਕ ਉਹ ਸੀਵੀਅਰਲੀ ਇਹਦੇ 'ਚ ਇੰਜਰਡ ਹੋਏ ਨੇ। ਓਕੇ, ਮਤਲਬ ਕਿ ਇਹਦਾ ਮਤਲਬ ਵੀ ਜਿਹੜੀ ਤੁਹਾਡੇ ਕੋਲ ਜਿਹੜੀ ਇਸ ਸਮੇਂ 93,000 ਤਾਂ ਜਿਹੜੀ ਵਾਰ ਪ੍ਰਿਜ਼ਨਰਸ ਹੈ ਜਿਹਦੇ ਬਾਰੇ ਸਾਨੂੰ ਪਤਾ ਵੀ ਹੈ ਕਾਫੀ ਹੈ, ਬਟ ਉਹਨਾਂ ਦੀ ਐਕਚੁਅਲੀ ਕੈਜੁਅਲਟੀ ਕਿੰਨੀ ਹੋਈ, ਐਸਾ ਕੁਝ ਫਿਗਰ ਹੈ ਪਾਕਿਸਤਾਨ ਦਾ? ਐਸਾ ਅਪਰੋਕਸੀਮੇਟ ਫਿਗਰ ਸਾਡੇ ਕੋਲ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਬਿਕੋਜ਼ ਉਹ ਗਲਤ ਹੋਏਗਾ, ਕਿਉਂਕਿ ਹਰ ਕੋਈ ਵੀ ਮੁਲਕ ਆਪਣੇ ਐਗਜ਼ੈਕਟ ਕੈਜੁਅਲਟੀ ਕਦੇ ਦੱਸਦਾ ਨਹੀਂ ਹੈ। ਤੇ ਜਿਹੜੇ ਸ਼ਹੀਦ ਹੋਏ ਜਾਂ ਵਾਪਸ ਜਾ ਕੇ ਉਹਨਾਂ ਦੀ ਡੈਥ ਹੋ ਗਈ ਜਿਹੜੇ ਬੈਟਲਫੀਲਡ 'ਚ ਮੇਰੇ, ਉਹ ਜੇ ਆਪਾਂ ਟੋਟਲ ਕਰੀਏ ਤੇ ਮੇਰੇ ਖਿਆਲ ਹੈ ਉਹ ਵੀ ਕਰੀਬਨ ਸਾਡੇ ਕੋਲ ਕੋਈ ਕਰੀਬਨ 3,500-4,000 ਜਿਹੜੇ ਸੈਨਿਕ ਉਹਨਾਂ ਦੇ ਵੀ ਹੋਣੇ ਚਾਹੀਦੇ। ਓਕੇ, ਇਸ ਦੇ ਵਿੱਚ ਜਦੋਂ ਲੜਾਈ ਦੇ ਵਿੱਚ ਕਈ ਚੀਜ਼ਾਂ ਆਈਆਂ, ਤੁਸੀਂ ਸਾਨੂੰ ਕਈ ਚੀਜ਼ਾਂ ਦੱਸਿਆ ਸੀ ਪਿਛਲੇ ਪਾਰਟ ਦੇ ਵਿੱਚ, ਸਾਡੇ ਪੰਜਾਬ ਦੇ ਜਿਹੜੇ ਕੁਝ ਵੀਰ ਸੈਨਿਕ ਹੋਏ ਹੈ ਉਹਨਾਂ ਨੂੰ ਗੈਲੰਟਰੀ ਅਵਾਰਡਸ ਵੀ ਮਿਲੇ ਹੈ, ਉਹਨਾਂ ਦੇ ਬਾਰੇ ਵੀ ਥੋੜਾ ਸਾਨੂੰ ਦੱਸੋ ਵੀ ਕਿਹਨੂੰ ਪੰਜਾਬ ਦੇ ਵਿੱਚ ਪਾਰਟਿਕੂਲਰਲੀ ਕਿੰਨੇ ਗੈਲੰਟਰੀ ਅਵਾਰਡਸ ਗਏ ਹੈ ਔਰ ਕਿਹਨੂੰ ਗਏ ਹੈ? ਅੱਛਾ ਜੀ, ਦੇਖੋ ਮੈਂ ਤੁਹਾਨੂੰ ਇੱਕ ਫਿਰ ਦੁਬਾਰਾ ਸ਼ੇਅਰ ਸਕਰੀਨ ਕਰਕੇ ਦੱਸਣਾ। ਇਟ ਇਜ਼ ਨਾਟ ਓਨਲੀ ਪੰਜਾਬ, ਬਿਕੋਜ਼ ਪੰਜਾਬ ਜਿਹੜਾ ਹੈਗਾ ਦੋ ਅਸੀਂ ਸਭ ਪੰਜਾਬੀ, ਮੈਂ ਪੰਜਾਬ ਕਰਕੇ ਸਿਰਫ ਸਪੈਸੀਫਿਕ ਪੁੱਛ ਰਿਹਾ ਕਿਉਂਕਿ ਅਸੀਂ ਪੰਜਾਬ ਨੂੰ ਥੋੜਾ ਕੰਸੈਂਟਰੇਟ ਕਰਦੇ ਹਾਂ, ਤੁਸੀਂ ਵੀ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਹੋ ਤੇ ਕਿਉਂਕਿ ਤੁਸੀਂ ਹਿਸਟੋਰੀਅਨ ਵੀ ਹੋ, ਆਰਮੀ ਦੇ ਬਾਰੇ ਕਾਫੀ ਕੁਝ ਰਿਸਰਚ ਵੀ ਕਰ ਰਹੇ ਹੋ ਔਰ ਆਰਮੀ ਦੇ ਉੱਪਰ ਕਾਫੀ ਬੁੱਕਸ ਵੀ ਲਿਖ ਰਹੇ ਹੋ, ਤੇ ਇਸ ਕਾਰਨ ਥੋੜੀ ਜਿਹੀ ਜਿਗਿਆਸਾ ਰਹਿੰਦੀ ਸਾਡੇ ਜਿਹੜੇ ਸ਼ਰੋਤਾ ਵੀ ਹੈ ਉਹ ਵੀ ਪੰਜਾਬ ਤੋਂ ਵਿੱਚ ਕਾਫੀ ਹੈ, ਤੇ ਇਸ ਕਰਕੇ ਸਾਨੂੰ ਪਹਿਲੇ ਪੰਜਾਬ ਦਾ ਫਿਰ ਉਸ ਤੋਂ ਬਾਅਦ ਭਾਰਤ ਦਾ ਵੀ ਦੱਸੋ ਪੂਰਾ। ਅੱਛਾ, ਮੈਂ ਤੁਹਾਨੂੰ ਸਟਾਰਟ ਕਰਨਾ ਵਿਦ ਪਰਮਵੀਰ ਚੱਕਰਾਸ। ਹਾਂਜੀ, ਪਹਿਲਾਂ ਮੈਂ ਤੁਹਾਨੂੰ ਅਬ ਦੱਸਣਾ ਆਪਣੇ ਜਿਹੜੇ 4 ਸਾਡੇ ਪਰਮਵੀਰ ਚੱਕਰਾ ਹੋਏ ਨੇ। ਵੈਸੇ ਤੇ ਪਰਮਵੀਰ ਚੱਕਰਾ ਬਾਕੀ ਲੜਾਈ ਦੇ ਹੋਏ ਨੇ, ਬਟ ਆਈ ਵਿਲ ਓਨਲੀ ਟਾਕ ਅਬਾਊਟ 1971 ਵਾਰ। ਇਹਦੇ 'ਚ ਸਾਡੇ 4 ਪਰਮਵੀਰ ਚੱਕਰ ਹੋਏ ਨੇ। ਉਹਦੇ 'ਚ ਜਿਹੜਾ देयर इज ओनली 1 ਪਰਮਵੀਰ ਚੱਕਰਾ ਜਿਹੜਾ ਕਿ ਈਸਟ ਪਾਕਿਸਤਾਨ ਵਿੱਚ ਹੋਇਆ ਹੈ, ਉਹ ਸੀ ਲਾਂਸ ਨਾਇਕ ਐਲਬਰਟ ਐਕਾ। ਇਹ ਜਿਹੜੇ ਸੀ ਗੰਗਾ ਸਾਗਰ ਇਲਾਕਾ, ਜਿਹੜਾ ਮੈਂ ਇਹ ਤੁਸੀਂ ਦੇਖੋਗੇ ਸਟਾਰ ਮਾਰਕ ਕੀਤਾ ਹੈ, ਇਸ ਇਲਾਕੇ ਵਿੱਚ ਲੜਾਈ ਵਿੱਚ ਇਹਨਾਂ ਨੂੰ ਪਰਮਵੀਰ ਚੱਕਰ ਮਿਲਿਆ ਸੀ ਪੋਸਟਮਸਲੀ। ਇਹ ਸੀਗੇ ਆਪਣੇ 14 ਗਾਰਡ ਬਟਾਲੀਅਨ ਦੇ ਸੀਗੇ, ਤੇ ਇੱਥੇ ਜਿਹੜੀ ਲੜਾਈ ਸੀ ਇੱਕ ਰੇਲਵੇ ਸਟੇਸ਼ਨ ਦੇ ਉੱਪਰ ਅਟੈਕ ਦੇ ਉੱਪਰ ਇਹਨਾਂ ਦੇ ਹੱਥੀ 6 ਬੰਦੇ ਮਾਰੇ ਗਏ ਸੀ। ਇਹ ਵੂਨਡਡ ਹੋਏ ਸੀ। ਉਹਦੇ ਇਲਾਵਾ ਵੀ ਇਹਨਾਂ ਨੇ ਇੱਕ ਬਿਲਡਿੰਗ ਦੇ ਉੱਪਰ ਚੜ੍ਹ ਕੇ ਉਹਦੇ ਉੱਪਰ ਕਬਜ਼ਾ ਕੀਤਾ। that is he was the only ਪਰਮਵੀਰ ਚੱਕਰਾ from the eastern theater। ਓਕੇ, ਉਹਦੇ ਬਾਅਦ ਆਪਾਂ ਆਨੇ ਆ ਫਲਾਈਟ ਲੈਫਟੀਨੈਂਟ ਐਨਜੇ ਸੇਖੋਂ। ਇਹ ਹੈਗੇ ਸੀ ਰਹਿਣ ਵਾਲੇ ਇਸੇਵਾਲ ਪਿੰਡ ਲੁਧਿਆਣਾ ਦੇ ਲਾਗੇ। ਇਹਨਾਂ ਦਾ ਜਿਹੜਾ ਸੀ ਇਹ 에ਅਰਫੋਰਸ ਦੇ ਸੀਗੇ, ਤੇ ਇਹ ਆਪਣਾ ਸ਼੍ਰੀਨਗਰ 에ਅਰਫੀਲਡ ਦੇ ਉੱਪਰ ਇਹ ਆਪਣੇ ਨੈਟ ਹਵਾਈ ਜਹਾਜ਼ ਦੇ ਉੱਪਰ ਕਹਿੰਦੇ ਨੇ ORP ਆਪਰੇਸ਼ਨਲ ਰੈਡੀਨੈਸ ਪਲੇਟਫਾਰਮ ਦੇ ਵਿੱਚ 에ਅਰਫੀਲਡ ਦੇ ਉੱਪਰ ਤੈਨਾਤ ਸੀ, ਜਿਸ ਵੇਲੇ ਸ਼੍ਰੀਨਗਰ 에ਅਰਫੀਲਡ ਦੇ ਉੱਪਰ 6 ਪਾਕਿਸਤਾਨ ਦੇ ਸੇਬਰ ਜੈਟ ਦਾ ਹਮਲਾ ਹੋਇਆ। ਉਹਨਾਂ ਨੇ 에ਅਰਫੀਲਡ ਨੂੰ ਬੰਬ ਵੀ ਕੀਤਾ, ਤੇ ਇਸੇ ਵੇਲੇ ਬੇਸ਼ੱਕ ਥੋੜੀ ਟੁੱਟੀ 에ਅਰਫੀਲਡ ਸੀਗੀ, ਇਹਨਾਂ ਨੇ ਹਿੰਮਤ ਕਰਕੇ ਆਪਣਾ ਹਵਾਈ ਜਹਾਜ਼ ਟੇਕ ਆਫ ਕੀਤਾ ਉੱਥੋਂ। ਉਹਦੇ ਬਾਅਦ ਉਹਨਾਂ ਨੇ 1-to-1 ਜਿਹੜਾ ਡੌਗ ਫਾਈਟ ਹੁੰਦੀ ਹੈ ਹਵਾਈ ਜਹਾਜ਼ਾਂ ਦੀ, ਉਹ ਹੋਈ ਬੜੇ ਲੋ ਆਲਟੀਟਿਊਡ ਟ੍ਰੀ ਟੌਪ ਹਾਈਟ ਦੇ ਉੱਪਰ ਬੈਟਲ ਹੋਇਆ। ਇਹਨਾਂ ਨੇ ਉਹਨਾਂ ਦੇ 2 ਸੇਬਰ ਜੈਟ ਗਿਰਾ ਦਿੱਤੇ, ਲੇਕਿਨ ਉਹਦੇ 'ਚ ਜਿਹੜੇ ਬਾਕੀ ਬੱਚੇ ਸੀ ਉਹਨਾਂ ਨੇ ਉਹਨੂੰ ਘੇਰ ਕੇ ਇਹਨਾਂ ਦਾ ਹਵਾਈ ਜਹਾਜ਼ ਡਾਊਨ ਕਰ ਦਿੱਤਾ। ਉਹਦੇ 'ਚ ਸ਼ਹੀਦ ਹੋਏ। ਇਹ ਲੁਧਿਆਣੇ ਦੇ ਰਹਿਣ ਵਾਲੇ ਸੀਗੇ। ਇਹ ਹੈ ਮੇਜਰ ਹੁਸ਼ਿਆਰ ਸਿੰਘ। ਇਹ ਹੁਣ ਜੇ ਆਪਾਂ ਪੰਜਾਬ ਕਹਿੰਦੇ ਤੇ ਅਨਡਿਵਾਈਡਡ ਪੰਜਾਬ ਕਹਿ ਲਓ, ਤੇ ਇਹ ਆਪਣੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਸੀ। ਸੀਸਵਾ ਪਿੰਡ ਇਹਨਾਂ ਦਾ ਸੀ, ਤੇ ਸੋਨੀਪਤ ਜ਼ਿਲ੍ਹੇ ਦੇ ਸੀਗੇ। ਇਹ ਸੀਗੇ ਆਪਣਾ ਫਰੋਮ 3 ਗ੍ਰੇਨੇਡੀਅਰਸ, ਜਿਹਨੂੰ ਆਪਾਂ ਕਹਿੰਦੇ ਆ ਬੜਾ ਮਸ਼ਹੂਰ ਲੜਾਈ ਹੋਈ ਹੈ ਆਪਣੇ ਵੈਸਟਰਨ ਥੀਏਟਰ 'ਚ,
ਜਿਹਨੂੰ ਆਪਾਂ ਬੈਟਲ ਆਫ ਬਸੰਤਰ ਕਹਿੰਦੇ ਆ ਜਾਂ ਬੈਟਲ ਆਫ ਜਰਪਾਲ ਕਹਿੰਦੇ ਆ। ਇਹ ਤੁਸੀਂ ਨਾ ਯਾਦ ਰੱਖੋ, ਕਿਉਂਕਿ ਮੈਂ ਇਹ ਅਗਲਾ ਜਿਹੜਾ ਆਪਣਾ ਅਵਾਰਡੀ ਹੈ ਉਹ ਵੀ ਇਸੇ ਇਲਾਕੇ ਦਾ ਹੈਗਾ। ਤੇ ਇਹਨਾਂ ਨੂੰ ਉੱਥੇ ਕੀ ਹੋਇਆ ਕਿ ਜਿਸ ਵੇਲੇ ਆਪਣਾ ਬ੍ਰਿਜ ਹੈਡ ਬਣਾਇਆ ਅਸੀਂ ਬਸੰਤਰ ਰਿਵਰ ਦੇ ਉੱਪਰ, ਤੇ ਇਹਨਾਂ ਦੀ ਕੰਪਨੀ ਜਿਹੜੀ ਸੀ ਉਹ ਉਹਦੇ 'ਚ ਡਿਪਲੋਇਡ ਸੀ ਜਰਪਾਲ ਪਿੰਡ ਦੇ ਲਾਗੇ। ਇਹਨਾਂ ਨੇ ਉਸ ਵੇਲੇ ਆਪਣਾ ਜਿਹੜੀ ਕੰਪਨੀ ਨੂੰ ਵੈਲ ਡਿਪਲੋਏ ਕੀਤਾ ਤੇ ਜਿਹੜੇ ਵੀ ਕਾਊਂਟਰ ਅਟੈਕ ਆਏ ਉਹਨੂੰ ਬੀਟ ਬੈਕ ਕੀਤਾ। ਇਹਦੇ 'ਚ ਇਹਨਾਂ ਨੇ ਜਿਹੜਾ ਦੁਸ਼ਮਣ ਦੀ MMG ਸੀਗੀ ਉਹਦੇ ਉੱਪਰ ਜਾ ਕਰਕੇ ਕਬਜ਼ਾ ਕਰ ਲਿਆ, ਉਹਦੇ 'ਚ ਇੰਜਰਡ ਵੀ ਹੋਏ ਤੇ ਉਹਨਾਂ ਨੇ ਉਹ MMG ਨੂੰ ਕੈਪਚਰ ਕਰਕੇ ਦੁਸ਼ਮਣ ਦੇ ਉੱਪਰ ਉਸੇ MMG ਨਾਲ ਫਾਇਰ ਕੀਤਾ। ਬੇਸ਼ੱਕ ਇੰਜਰਡ ਹੋ ਗਏ 15 ਆਪਣਾ, ਪਰ ਇਹਨਾਂ ਨੇ ਤਦ ਤੱਕ ਆਪਣੇ ਆਪ ਨੂੰ ਇਵੈਕਿਊਏਟ ਨਹੀਂ ਕੀਤਾ ਜਦ ਤੱਕ ਕਿ ਲੜਾਈ ਖਤਮ ਨਹੀਂ ਹੋ ਗਈ। ਨੈਕਸਟ ਆਪਣੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਫੇਰ ਦੱਸਾਂਗਾ ਜਰਪਾਲ ਤੇ ਬਸੰਤਰ ਦੀ ਲੜਾਈ। ਉਸੇ ਸੇਮ ਲੜਾਈ ਵਿੱਚ 16 ਤਰੀਕ ਨੂੰ ਆਪਣੇ ਲੈਫਟੀਨੈਂਟ ਅਰੁਣ ਖੇਤਰਪਾਲ, ਇਹਨਾਂ ਨੂੰ ਇਹ ਆਪਣਾ 17 ਪੂਰਾ ਹਾਰਸ ਦੇ ਸੀਗੇ ਤੇ ਇਹ ਜਿਸ ਵੇਲੇ ਜਰਪਾਲ ਦੀ ਲੜਾਈ ਹੋ ਰਹੀ ਸੀ ਜਿਹਦੇ 'ਚ ਆਪਣੇ ਮੇਜਰ ਹੁਸ਼ਿਆਰ ਸਿੰਘ ਇੰਜਰਡ ਹੋਏ ਸੀ, ਉਹਦੇ 'ਚ ਹੀ ਜਿਸ ਵੇਲੇ ਟੈਂਕਾਂ ਦਾ ਹਮਲਾ ਹੋਇਆ ਤੇ ਉਸ ਵੇਲੇ ਸੈਕੰਡ ਲੈਫਟੀਨੈਂਟ ਅਰੁਣ ਖੇਤਰਪਾਲ ਸੀ, ਇਹਨਾਂ ਦੇ ਟੈਂਕ ਉੱਥੇ ਗਏ। ਉਸ ਵੇਲੇ ਇਹਨਾਂ ਦੇ ਟੈਂਕ ਜੋ ਪਾਕਿਸਤਾਨ ਦਾ ਹਮਲਾ ਹੋਇਆ 13 ਲਾਂਸਰ ਦਾ ਹਮਲਾ ਸੀਗਾ, ਉਹਦੇ ਬਾਅਦ ਇਹਨਾਂ ਨੇ ਜਦ ਕਾਊਂਟਰ ਅਟੈਕ ਦੀ ਕਾਰਵਾਈ ਸ਼ੁਰੂ ਕੀਤੀ ਤੇ ਇਹਨਾਂ ਦੇ ਸਾਹਮਣੇ ਜਿਹੜੇ ਟੈਂਕ ਸੀ ਉਹਨਾਂ ਨੇ 4 ਟੈਂਕ ਬਰਬਾਦ ਕੀਤੇ। ਟੋਟਲ ਟੈਂਕ 10 ਟੈਂਕ ਬਰਬਾਦ ਹੋਏ ਸੀਗੇ। ਇਹਨਾਂ ਦਾ ਜੇ ਟੈਂਕ 'ਚ ਅੱਗ ਲੱਗ ਚੁੱਕੀ ਸੀ ਤੇ ਇਹਨਾਂ ਨੇ CO ਨੇ ਇਹਨਾਂ ਨੂੰ ਟਰਾਂਸਮਿਸ਼ਨ ਕੀਤੀ ਕਿ ਅਰੁਣ ਕਮ ਬੈਕ। ਇਹਨਾਂ ਦਾ ਰੇਡੀਓ ਤੇ ਟਰਾਂਸਮਿਸ਼ਨ ਸੀ ਕਿ ਸਰ ਹਾਲੇ ਤੱਕ ਮੇਰੀ ਗਨ ਫਾਇਰ ਕਰਦੀ ਹੈ, ਮੈਂ ਟੈਂਕ ਨੂੰ ਨਹੀਂ ਛੱਡਾਂਗਾ। ਤੇ ਇਹ ਉਸ ਲੜਾਈ 'ਚ ਸ਼ਹੀਦ ਹੋਏ ਸੀ। ਦੇ ਟੋਟਲ ਜਿਸ ਤਰ੍ਹਾਂ ਮੈਂ ਦੱਸਿਆ ਕਿ ਟੋਟਲ 4 ਪਰਮਵੀਰ ਚੱਕਰ ਦਿੱਤੇ ਗਏ ਸੀਗੇ, ਉਹਦੇ 'ਚ 3 ਤੇ ਆਪਣੇ ਨਾਰਥ ਇੰਡੀਆ ਦੇ ਸੀਗੇ, ਆਪਣਾ ਵੈਸਟਰਨ ਥੀਏਟਰ ਦੇ ਸੀ ਤੇ 1 ਈਸਟਰਨ ਥੀਏਟਰ ਸੀ। Now there were total of 76 Mahavir Chakras were given during the 1971 war. 76 Mahavir Chakras were given. Okay. ਤੇ I will touch upon the 2 main ones. ਇੱਕ ਸੀਗੇ ਮੇਜਰ DS ਨਾਰੰਗ, ਇਹ ਈਸਟਰਨ ਥੀਏਟਰ 'ਚ ਸੀਗੇ। ਇਹ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਗਰੀਪੁਰ ਦੀ ਲੜਾਈ 'ਚ ਇਹਨਾਂ ਨੂੰ ਮਿਲਿਆ ਸੀਗਾ। ਇਹ ਸੀ ਮੇਜਰ DS ਦਲਜੀਤ ਸਿੰਘ ਨਾਰੰਗ ਸਾਹਿਬ। ਤੇ ਫਿਲਮ ਵੀ ਬਣ ਰਹੀ ਹੈ ਤੁਸੀਂ ਕਹਿ ਰਹੇ ਹੋ? ਹਾਂਜੀ, ਇਹਨਾਂ ਦੀ ਫਿਲਮ ਵੀ ਬਣ ਰਹੀ ਤੁਸੀਂ ਕਹਿ ਰਹੇ ਹੋ ਨਾ ਕੋਈ? ਹਾਂਜੀ, ਇਹਨਾਂ ਦੀ ਬੈਟਲ ਦੇ ਉੱਪਰ, ਇਹਨਾਂ ਦੀ ਜਿਹੜੀ ਲੜਾਈ ਸੀ ਗਰੀਪੁਰ ਦੇ ਉੱਪਰ ਪਿਕਚਰ ਬਣ ਰਹੀ ਹੈ ਪੀਪਾ। ਇਹ ਦਸੰਬਰ 'ਚ ਰਿਲੀਜ਼ ਹੋਏਗੀ ਇਸ ਸਾਲ ਦੇ ਨਵੰਬਰ-ਦਸੰਬਰ 'ਚ। ਇਸ਼ਾਨ ਖੱਟਰ ਇਹਦੇ 'ਚ ਹੈਗੇ ਆ। ਠੀਕ ਸਰ। ਤੇ ਸੈਕੰਡਲੀ ਜਿਹੜੇ ਹੈਗੇ ਨੇ ਉਹ ਸੀ ਆਪਣੇ, ਇਹ ਤਾਂ ਤੁਸੀਂ ਸਭ ਜਾਣਦੇ ਹੋ, ਬ੍ਰਿਗੇਡੀਅਰ KS ਚਾਂਦਪੁਰੀ ਸਾਹਿਬ। ਇਹਨਾਂ ਦੇ ਉੱਪਰ ਤਾਂ ਫਿਲਮ ਬਣ ਵੀ ਚੁੱਕੀ ਹੈ। ਬੌਬੀ ਦਿਓਲ ਨੇ ਬਾਰਡਰ ਪਿਕਚਰ 'ਚ ਕੰਮ ਵੀ ਕੀਤਾ ਹੋਇਆ ਤੇ ਇਹਨਾਂ ਦੇ ਜਿਹੜਾ ਸੀਗਾ ਤੇ ਸਭ ਨੂੰ ਇਹਨਾਂ ਦੀ ਪਤਾ ਹੀ ਹੈ ਕਿ ਬੈਟਲ ਆਫ ਲੌਂਗੇਵਾਲਾ ਵਿੱਚ ਇਹਨਾਂ ਦੀ ਕਿੰਨੀ ਵੱਡੀ ਭੂਮਿਕਾ ਰਹੀ ਹੈ। 23 ਪੰਜਾਬ ਦੇ ਸੀ ਉਸ ਵੇਲੇ। ਉਸ ਲੜਾਈ ਵਿੱਚ ਟੋਟਲ ਦੁਸ਼ਮਣ ਦੇ 36 ਟੈਂਕ ਬਰਬਾਦ ਹੋਏ ਸੀ ਐਂਡ ਉਹਨਾਂ ਦੇ ਮਤਲਬ ਟੋਟਲ ਓਵਰਆਲ 36 ਟੈਂਕਸ ਵਰ ਡਿਸਟਰॉयड ਐਂਡ 200 ਪੀਪਲ ਵਰ ਕਿਲਡ। ਤੇ ਤਕਰੀਬਨ 450 ਜਾਂ 500 ਕੇ ਕਰੀਬ ਜਿਹੜੀ ਗੱਡੀਆਂ ਸੀਗੀਆਂ ਉਹ ਤੇ ਛੱਡ ਕੇ ਭੱਜ ਗਏ ਸੀਗੇ। ਐਂਡ ਦਿਸ ਇਜ਼ ਵਾਟ ਆਈ ਵੁੱਡ, ਮੈਂ ਚਾਹਾਂਗਾ ਤੁਸੀਂ ਸਾਰੇ ਪੜ੍ਹੋ। ਇਹ ਕਹਿੰਦਾ ਚੈਟਵੁਡੀਅਨ ਮੋਟੋ, ਮੈਂ ਆਪਣੇ ਆਪ ਨਹੀਂ ਪੜ੍ਹਿਆ, ਤੁਸੀਂ ਸਾਰੇ ਸਕਰੀਨ ਤੇ ਦੇਖ ਸਕਦੇ ਹੋ। It says very clearly that your own ease, comfort and safety comes last always and every time. ਜਿੰਨੇ ਵੀ ਸਾਡੇ ਫੌਜ ਦੇ ਬੰਦੇ ਸ਼ਹੀਦ ਹੋਏ ਨੇ ਸਭ ਨੇ ਇਸ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਮੁਲਕ, ਉਹਦੇ ਬਾਅਦ ਮੇਰੇ ਬੰਦੇ ਤੇ ਉਹਦੇ ਬਾਅਦ ਮੇਰਾ ਵੈਲਫੇਅਰ ਤੇ ਮੇਰੀ ਸੇਫਟੀ ਲਾਸਟ ਆਉਂਦੀ ਹੈ। This is what I would like to tell you. ਇਸ ਤਰ੍ਹਾਂ ਕਰਨਾ ਸਾਹਿਬ ਤੁਸੀਂ ਦੱਸਿਆ ਗਲੈਂਟਰੀ ਅਵਾਰਡਸ 76 ਹੋਏ, ਪਰਮਵੀਰ ਚੱਕਰ ਹੋਏ, ਮਹਾਵੀਰ ਚੱਕਰ ਹੋਏ। ਇੱਕ ਚੀਜ਼ ਅੱਜ ਦੇ ਸਮੇਂ ਦੇ ਵਿੱਚ ਦਿਮਾਗ ਦੇ ਵਿੱਚ ਆਉਂਦੀ ਹੈ ਕਿ 71 ਦੀ ਲੜਾਈ ਹੋਈ ਜਾਂ ਉਸ ਤੋਂ ਪਹਿਲੇ ਵੀ ਆਪਣਾ ਹਿਸਟਰੀ ਜਿਹੜੀ ਰਹੀ, ਉਸ ਸਮੇਂ ਅੱਜ ਜਿਹੜਾ ਲਾਸਟ ਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਜਿਹਦੇ ਵਿੱਚ ਸਾਨੂੰ ਵੀ ਲੱਗਦਾ ਵੀ ਸਾਡੇ ਇਸ ਦੇਸ਼ ਦੇ ਵਿੱਚ ਇੱਕ ਰਾਣੀ ਲక్ష్ਮੀ ਬਾਈ ਹੋਈ ਹੈ ਜਿਸ ਨੇ ਇੱਕ ਬਹੁਤ ਕੰਟਰੀਬਿਊਸ਼ਨ ਕੀਤੀ ਹੈ, ਜਿਸ ਦੀ ਅਸੀਂ 1857 ਦੇ ਵਾਰ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਕਿਆ
1971 ਦੇ ਵਿੱਚ ਉਸ ਸਮੇਂ ਸੋਲਜਰਸ, ਲੇਡੀ ਸੋਲਜਰ ਦਾ ਕੋਈ ਐਸਾ ਕੋਈ ਰੋਲ ਰਿਹਾ, ਜਾਂ ਅੱਜ ਦੇ ਡੇਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਵੀ ਐਨਡੀਏ ਦੇ ਵਿੱਚ ਸਾਡੇ ਅਫਸਰਸ ਹੋਣਗੇ, ਲੇਡੀਜ਼ ਅਫਸਰ ਹੋਣਗੇ, ਉਹਦੇ ਬਾਰੇ ਕੀ ਤੁਹਾਡਾ ਸੋਚਣਾ? ਇਹ ਥੋੜੇ ਦੋਨੋਂ ਬਾਰੇ ਨੂੰ ਕਰਕੇ ਕਨੈਕਟ ਸਾਨੂੰ ਥੋੜਾ ਦੱਸੋ, ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗੇ ਵੀ ਆਰਮੀ ਦਾ ਇਸ ਬਾਰੇ ਕੀ ਸੋਚਣਾ ਔਰ ਅੱਗੇ ਕੀ ਹੋਣ ਵਾਲਾ। ਦੇਖੋ ਜੀ, ਤੁਸੀਂ ਜਿਹੜੀ ਗੱਲ ਕਹੀ ਹੈ, ਇਟ ਇਜ਼ ਅ ਐਕਸਲੈਂਟ ਥਿੰਗ। ਦ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ, ਇਟਸ ਅ ਵੈਰੀ ਪੋਜ਼ਿਟਿਵ ਸਟੈਪ ਟੁਵਰਡ ਜੈਂਡਰ ਇਕੁਐਲਿਟੀ। 71 ਦੀ ਲੜਾਈ ਵਿੱਚ ਜਿਹੜੀ ਸਾਡੀ ਲੇਡੀਜ਼ ਸੀਗੀਆਂ ਆਰਮੀ ਵਿੱਚ, ਦੇ ਵਰ ਓਨਲੀ ਲਿਮਿਟਡ ਟੂ ਲੇਡੀ ਡਾਕਟਰਸ ਜਾਂ ਨਰਸਿੰਗ ਸਟਾਫ। ਹੌਲੇ ਹੌਲੇ ਕਰਕੇ ਲੇਡੀ ਆਫਸਰਸ ਸ਼ਾਰਟ ਸਰਵਿਸ ਥਰੂ ਵੀ ਆਉਣੀਆਂ ਸ਼ੁਰੂ ਹੋਈਆਂ। ਪਹਿਲੇ ਏਐਸਸੀ ਆਰਡੀਨੈਂਸ ਵਿੱਚ ਆਈਆਂ, ਫਿਰ 에ਅਰ ਡਿਫੈਂਸ ਵਿੱਚ ਆਈਆਂ, ਫਿਰ ਈਐਮਈ ਟੈਕਨੀਕਲ ਸਰਵਿਸ ਵਿੱਚ ਆਉਣੀ ਸ਼ੁਰੂ ਹੋਈ, ਈਐਮਈ ਸਿਗਨਲਸ ਐਟਸੈਟਰਾ ਆਉਣੀਆਂ ਸ਼ੁਰੂ ਹੋਈਆਂ। ਹੁਣ ਸੁਪਰੀਮ ਕੋਰਟ ਨੇ ਜਿਸ ਵੇਲੇ ਇਹ ਕਿਹਾ ਹੈ ਕਿ ਦੇ ਵਿਲ ਕਮ ਥਰੂ ਐਨਡੀਏ, ਤੇ ਹੋ ਸਕਦਾ ਹੈ ਕਿ ਆਉਣੇ ਵਾਲੇ ਸਮੇਂ ਵਿੱਚ ਦੇ ਵਿਲ ਆਲਸੋ ਕਮ ਟੂ ਕੰਬੈਟ ਆਰਮਸ ਇਨ ਦੀ ਆਰਮੀ। ਦੈਟ ਇਜ਼ ਤਿੰਨ ਆਰਮਸ ਬਚੀਆਂ ਹੈਗੀਆਂ, ਇੱਕ ਹੈ ਆਰਮਡ ਕੋਰ, ਇੱਕ ਹੈ ਇਨਫੈਂਟਰੀ, ਤੇ ਤੀਜੀ ਹੈ ਮੈਕਨਾਈਜ਼ਡ ਇਨਫੈਂਟਰੀ। ਇਹਨਾਂ ਦੇ ਇਲਾਵਾ ਲੇਡੀ ਆਫਸਰਸ ਹਰ ਇੱਕ ਬ੍ਰਾਂਚ ਵਿੱਚ ਆ ਚੁੱਕੀਆਂ ਹੈਗੀਆਂ। ਇੰਡੀਆ ਦੇ ਆਉਣ ਨਾਲ ਲੈਟਸ ਸੇ ਕਿ ਅੱਜ ਤੋਂ 10 ਸਾਲ ਬਾਅਦ ਜਾਂ 15 ਸਾਲ ਬਾਅਦ ਦੇ ਵਿਲ ਸਟਾਰਟ ਕਮਿੰਗ ਇਨਟੂ ਦੀ ਫਾਈਟਿੰਗ ਆਰਮਸ ਆਲਸੋ, ਐਂਡ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਉਸ ਸਮੇਂ ਦੇ ਬਾਅਦ these lady officers will also become COs, commanding officers of these battalions। ਤੇ ਇਹ ਤਾਂ ਮਤਲਬ ਕਿ ਤੁਸੀਂ ਕਾਫੀ ਚੀਜ਼ ਇਹ ਦੱਸ ਰਹੇ ਹੋ ਵੀ ਤੁਸੀਂ ਵੈਲਕਮ ਵੀ ਕਰ ਰਹੇ ਹੋ। ਹੁਣ ਮੈਨੂੰ ਪਿੱਛੇ ਚੰਡੀਗੜ੍ਹ ਦੀ ਵੀ ਇੱਕ ਲੜਕੀ ਸਿਲੈਕਟ ਹੋਈ ਹੈ ਐਨਡੀਏ ਦੇ ਵਿੱਚ, ਤੇ ਉਹਦੇ ਬਾਰੇ ਵੀ ਤੁਸੀਂ ਕੁਝ ਦੱਸਣਾ ਚਾਹੋਗੇ? ਕੁਝ ਮੈਂ ਤੁਹਾਨੂੰ ਉਹ ਹੁਣ ਦੇਖੋ, ਮਾਰਚ 18 ਦੇ ਵਿੱਚ ਜਿਹੜੀ ਸੋਰਡ ਆਫ ਆਨਰ ਇੱਕ ਲੜਕੀ ਹੋਈ ਹੈ, ਹਰ ਨੇਮ ਇਜ਼ ਕੈਪਟਨ ਪ੍ਰੀਤੀ ਚੌਧਰੀ। ਉਹਨਾਂ ਨੂੰ ਮਤਲਬ ਹੈਰਾਨੀ ਦੀ ਗੱਲ ਹੈ, 2018 ਵਿੱਚ ਸ਼ੀ ਵਾਸ ਦਾ ਫਰਸਟ ਲੇਡੀ ਆਫਸਰ, ਸਾਡੀ ਚੰਡੀਗੜ੍ਹ ਦੀ ਕੁੜੀ ਹੈ, ਉਹਨੂੰ ਓਟੀਏ ਦੀ ਸੋਰਡ ਆਫ ਆਨਰ ਮਿਲੀ ਹੈ। ਉੱਥੇ ਉਹਦੀ ਕਮਿਸ਼ਨ ਹੋਈ ਹੈ ਆਰਮੀ 에ਅਰ ਡਿਫੈਂਸ ਵਿੱਚ। ਤੇ ਜਿਹੜੀ 2021 ਦੀ ਜਿਹੜੀ ਆਪਣੀ ਆਰਡੀ ਪਰੇਡ ਹੋਈ ਸੀ, ਉਹ ਆਪਣੀ ਯੂਨਿਟ ਦੀ ਜਿਹੜਾ ਵੈਪਨ ਸਿਸਟਮ ਹੈ, 에ਅਰ ਡਿਫੈਂਸ ਵੈਪਨ ਸਿਸਟਮ ਸ਼ਿਲਕਾ, ਉਹਦੇ ਉੱਪਰ ਉਹ ਕਮਾਂਡਰ ਸੀਗੀ। ਤੇ 26 ਜਨਵਰੀ ਪਰੇਡ ਤੇ ਜਦ ਆਈ ਸੀ, ਤੇ ਸਾਡੇ ਚੰਡੀਗੜ੍ਹ ਵਾਲਿਆਂ ਸਭ ਦਾ ਸਿਰ ਬੜਾ ਉੱਚਾ ਹੋਇਆ ਉਸ ਵੇਲੇ। ਤੁਸੀਂ ਅੱਜ ਸਾਡੇ ਵਿੱਚ ਰਹੇ ਤੇ ਕਾਫੀ ਕੁਝ ਚੀਜ਼ਾਂ 1971 ਬਾਰੇ ਦੱਸੀਆਂ, ਔਰ ਅੱਜ ਪ੍ਰੈਜ਼ੈਂਟ ਸੀਨੀਅਰ ਦੇ ਵਿੱਚ ਸਾਡੀ ਜਿਹੜੀ ਮਹਿਲਾ ਸ਼ਕਤੀ ਹੈ ਉਹਦਾ ਵੀ ਤੁਸੀਂ ਦੱਸਿਆ ਵੀ ਕਿੱਦਾਂ ਸਦਉਪਯੋਗ ਹੋਣ ਵਾਲਾ ਹੈ। ਤੇ ਪੰਜਾਬ ਦੇ ਵਿੱਚ ਵੀ ਅੱਗੇ ਤੋਂ ਅੱਗੇ ਯੂਥ ਇਸ ਕੰਮ ਵੱਲ ਜਾਏ, ਸਾਡੀ ਜਿਹੜੀ ਪਰੰਪਰਾ ਉਹਨੂੰ ਨਿਭਾਏ, ਐਸੀ ਉਮੀਦ ਨਾਲ ਅੱਜ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਜੈ ਹਿੰਦ, ਵੰਦੇ ਮਾਤਰਮ। ਜੈ ਹਿੰਦ, ਵੰਦੇ ਮਾਤਰਮ। ਥੈਂਕ ਯੂ ਸਤਿੰਦਰ ਜੀ। ਥੈਂਕ ਯੂ।